10ਵੀਂ ਕਲਾਸ ਦੇ ਬਹੁਤ ਹੀ ਪਿਆਰੇ ਬੱਚਿਓ, ਅੱਜ ਆਪਾਂ ਸਾਇੰਸ ਵਿਸ਼ੇ ਦਾ 6ਵਾਂ ਪਾਰਟ ਜਿਸ ਦਾ ਨਾਮ ਹੈ ਜੈਵਿਕ ਪ੍ਰਕਿਰਿਆਵਾਂ, ਉਸ ਦਾ ਆਪਾਂ ਅਧਿਐਨ ਕਰਾਂਗੇ ਆਪਣੇ PAS ਦੇ ਪੇਪਰ ਦੇ ਲਈ। ਤੋ ਸਭ ਤੋਂ ਪਹਿਲਾ ਪ੍ਰਸ਼ਨ ਹੈਗਾ ਇਸ ਵਿੱਚ ਕਿ ਪਾਚਨ ਕਿਰਿਆ ਨੂੰ ਪੂਰਾ ਕਰਨ ਲਈ ਐਂਜ਼ਾਈਮ ਬਹੁਤ ਸਹਾਈ ਹੁੰਦੇ ਹਨ। ਜਿਗਰ ਦੁਆਰਾ ਛੱਡੇ ਗਏ ਰਸ ਵਿੱਚ ਮੌਜੂਦ ਐਂਜ਼ਾਈਮ ਕਿਹੜਾ ਹੋਵੇਗਾ? ਤਾਂ ਇਹਨਾਂ ਵਿੱਚੋਂ ਜਿਹੜੀ ਆਪਸ਼ਨ ਹੈਗੀ ਉਹ ਹੈਗੀ ਹੈ ਸੱਸਾ ਸਹੀ ਹੈ, ਜਿਹਨੂੰ ਬਾਈਲ ਰਸ ਵੀ ਕਹਿੰਦੇ ਆ ਅਤੇ ਇਹਨੂੰ ਪਿੱਤ ਰਸ ਵੀ ਕਹਿੰਦੇ ਪੰਜਾਬੀ ਵਿੱਚ, ਇੰਗਲਿਸ਼ ਵਿੱਚ ਇਹਨੂੰ ਬਾਈਲ ਜੂਸ ਕਹਿੰਦੇ ਆ। ਤੋ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ, ਜਿਹੜਾ ਕਿ ਪਿੱਤੇ ਦੇ ਵਿੱਚ ਜਮ੍ਹਾਂ ਰਹਿੰਦਾ ਹੈ ਇਹ ਉਹ ਰਸ ਹੈ ਅਤੇ ਜਿਗਰ ਵਿੱਚ ਇਹ ਬਣਦਾ ਹੈ ਅਤੇ ਹੌਲੀ ਹੌਲੀ ਆਪਣੀ ਜਿਹੜੀ ਛੋਟੀ ਆਂਦਰ ਵਿੱਚ ਜਾਂਦਾ ਰਹਿੰਦਾ ਹੈਗਾ, ਜਿਸ ਨਾਲ ਆਪਣੇ ਸਰੀਰ ਵਿੱਚ ਚਰਬੀ ਦਾ ਪਾਚਨ ਹੁੰਦਾ ਹੈ। ਤੋ ਜਿਗਰ ਦੁਆਰਾ ਇਹ ਰਸ ਛੱਡਿਆ ਜਾਂਦਾ, ਜਿਹਨੂੰ ਆਪਾਂ ਕਹਿੰਦੇ ਬਾਈਲ ਰਸ। ਦੂਸਰਾ ਪ੍ਰਸ਼ਨ ਹੈ ਕਿ ਗੁੰਜਨ ਅਤੇ ਮੋਨਾ ਨੇ YouTube 'ਤੇ ਮਨੁੱਖਾਂ ਦੁਆਰਾ ਸਾਹ ਅੰਦਰ ਲੈਣ ਦੀ ਪ੍ਰਕਿਰਿਆ ਬਾਰੇ ਵੀਡੀਓ ਦੇਖੀ ਅਤੇ ਪਸਲੀਆਂ ਨਾਲ ਸੰਬੰਧਿਤ ਮਾਸਪੇਸ਼ੀਆਂ ਦੀ ਗਤੀ ਲਈ ਸਿੱਟਾ ਕੱਢਿਆ। ਤੋ ਪਸਲੀਆਂ ਵਿੱਚ ਬਦਲਾਵ ਕਿਵੇਂ ਰਹਿੰਦਾ ਹੈ, ਉਸ ਵਿੱਚ ਬਦਲਾਵ ਕਿਵੇਂ ਹੁੰਦਾ ਹੈ? ਦੇਖੋ, ਆਪਣੇ ਸਰੀਰ ਵਿੱਚ ਸਾਹ ਲੈਣ ਵੇਲੇ ਆਪਣੀਆਂ ਪਸਲੀਆਂ ਜਿਹੜੀਆਂ ਹੈਗੀਆਂ ਉਹ ਦੋ ਤਰ੍ਹਾਂ ਨਾਲ ਗਤੀ ਕਰਦੀਆਂ। ਇੱਕ ਤਾਂ ਉਹ ਉੱਪਰ ਵੱਲ ਨੂੰ ਅਤੇ ਬਾਹਰ ਵੱਲ ਨੂੰ, ਇੱਕ ਕਰਦੀਆਂ ਹੇਠਾਂ ਵੱਲ ਨੂੰ ਅਤੇ ਅੰਦਰ ਵੱਲ ਨੂੰ। ਇਹ ਦੋਨੇ ਗਤੀਆਂ ਉਦੋਂ ਹੁੰਦੀਆਂ ਉਸ ਵਿੱਚ ਜਦੋਂ ਫੇਫੜਿਆਂ ਦੇ ਵਿੱਚ ਆਕਸੀਜਨ ਆਉਣੀ ਹੁੰਦੀ ਹੈ ਅਤੇ ਉਸ ਵਿੱਚੋਂ ਕਾਰਬਨ ਡਾਈਆਕਸਾਈਡ ਬਾਹਰ ਨਿਕਲਣੀ ਹੁੰਦੀ ਹੈ। ਤਾਂ ਜੇ ਮੈਂ ਤੁਹਾਨੂੰ ਚਿੱਤਰ ਦਿਖਾਵਾਂ ਤਾਂ ਆਪਣੀ ਕਿਤਾਬ ਦੇ ਵਿੱਚ ਵੀ ਇਸ ਦੇ ਨਾਲ ਸੰਬੰਧਿਤ ਚਿੱਤਰ ਹੈਗਾ। ਤਾਂ ਆਹ ਆਪਣੀਆਂ ਪਸਲੀਆਂ, ਤੋ ਇਹ ਪਸਲੀਆਂ ਜਿਹੜੀਆਂ ਹੈਗੀਆਂ ਇਹਨਾਂ ਦੇ ਵਿੱਚ ਮਤਲਬ ਆਪਣੀ ਦੋ ਤਰ੍ਹਾਂ ਦੀ ਜਿਹੜੀ ਹਿਲਜੁਲ ਹੈ। ਜਦੋਂ ਤਾਂ ਆਕਸੀਜਨ ਨੇ ਅੰਦਰ ਆਉਣਾ ਹੈ ਤਾਂ ਉਦੋਂ ਇੱਕ ਮੂਵਮੈਂਟ ਹੁੰਦੀ ਹੈ, ਅਤੇ ਜਦੋਂ ਕਾਰਬਨ ਡਾਈਆਕਸਾਈਡ ਨੇ ਬਾਹਰ ਜਾਣਾ ਹੈ ਤਾਂ ਉਦੋਂ ਵੀ ਇੱਕ ਮੂਵਮੈਂਟ ਹੁੰਦੀ ਹੈ ਇਸ ਵਿੱਚ ਪਸਲੀਆਂ ਦੇ ਵਿੱਚ। ਤਾਂ ਸਾਹ ਲੈਣ ਦੀ ਪ੍ਰਕਿਰਿਆ ਵੇਲੇ ਜਿਹੜੀਆਂ ਪਸਲੀਆਂ ਦੇ ਨਾਲ ਮਾਸਪੇਸ਼ੀਆਂ ਜੁੜੀਆਂ ਹੋਈਆਂ, ਥੱਲੜੇ ਪਾਸੇ ਪੇਟ ਪਰਦਾ ਹੈ ਜਿਹਨੂੰ ਡਾਇਆਫਰਾਮ ਵੀ ਕਹਿੰਦੇ ਆ। ਤਾਂ ਜਦੋਂ ਆਕਸੀਜਨ ਪ੍ਰਾਪਤ ਕਰਨੀ ਹੁੰਦੀ ਹੈ ਮੂੰਹ ਨੇ, ਉਦੋਂ ਇਹ ਮਾਸਪੇਸ਼ੀ ਜਿਹੜੀਆਂ ਪਸਲੀਆਂ ਨਾਲ ਜੁੜੀਆਂ ਹੋਈਆਂ ਉਹ ਬਾਹਰ ਵੱਲ ਨੂੰ ਅਤੇ ਉੱਪਰ ਵੱਲ ਨੂੰ ਆ ਜਾਂਦੀਆਂ, ਤਾਂ ਕਿ ਵਿੱਚ ਜਿਹੜਾ ਆਇਤਨ ਵਾਹਵਾ ਸਾਰਾ ਬਣ ਜਾਏ ਫੇਫੜਿਆਂ ਦੇ ਵਿੱਚ, ਜਿਸ ਵਿੱਚ ਕਿ ਬਹੁਤ ਸਾਰੀ ਆਕਸੀਜਨ ਦਾਖਲ ਹੋ ਜਾਏ। ਅਤੇ ਜਦੋਂ ਇਸ ਵਿੱਚੋਂ ਕਾਰਬਨ ਡਾਈਆਕਸਾਈਡ ਨੇ ਬਾਹਰ ਨਿਕਲਣਾ ਹੈ ਤਾਂ ਉਦੋਂ ਇਹ ਅੰਦਰ ਨੂੰ ਜਾਂਦੀਆਂ, ਅੰਦਰ ਨੂੰ ਗਤੀ ਹੁੰਦੀ ਹੈ ਅਤੇ ਇਹਨਾਂ ਦੀ ਹੇਠਾਂ ਨੂੰ ਗਤੀ ਹੁੰਦੀ ਹੈ। ਤਾਂ ਇਸ ਕਰਕੇ ਇਹ ਦੋ ਤਰ੍ਹਾਂ ਦੀਆਂ ਗਤੀਆਂ ਹੁੰਦੀਆਂ ਜਦੋਂ ਮਨੁੱਖ ਸਾਹ ਲੈਂਦਾ ਹੈਗਾ। ਤਾਂ ਪ੍ਰਸ਼ਨ 'ਚ ਆਪਾਂ ਨੂੰ ਇਹੀ ਪੁੱਛਿਆ ਗਿਆ ਸੀਗਾ ਕਿ ਗੁੰਜਨ ਅਤੇ ਮੋਨਾ ਨੇ ਕਿਹੜੀ ਗਤੀ ਜਿਹੜੀ ਹੈਗੀ ਆ ਮਾਸਪੇਸ਼ੀਆਂ ਦੀ, ਜਿਹੜੀ ਪਸਲੀਆਂ ਨਾਲ ਸੰਬੰਧਿਤ ਮਾਸਪੇਸ਼ੀਆਂ ਹੈਗੀਆਂ, ਉਹ ਸਿੱਟਾ ਉਹਨਾਂ ਨੇ ਕੀ ਕੱਢਿਆ, ਕੀ ਬਦਲਾਵ ਦੇਖਿਆ? ਤਾਂ ਇਹਦਾ ਜਿਹੜਾ ਉੱਤਰ ਆਵੇਗਾ ਉਹ ਈੜੀ ਆਵੇਗਾ, ਭਾਵ ਊੜਾ ਅਤੇ ਆੜਾ ਦੋਵੇਂ। ਊੜਾ ਆਪਸ਼ਨ ਜਿਹੜੀ ਹੈਗੀ ਹੈ ਉਹ ਆਕਸੀਜਨ ਪ੍ਰਾਪਤ ਕਰਨ ਲਈ ਹੈ, ਅਤੇ ਆੜਾ ਆਪਸ਼ਨ ਜਿਹੜੀ ਹੈਗੀ ਹੈ ਉਹ ਕਾਰਬਨ ਡਾਈਆਕਸਾਈਡ ਦਾ ਤਿਆਗ ਕਰਨ ਲਈ ਹੈ ਸਰੀਰ 'ਚੋਂ। ਇਸੇ ਤਰ੍ਹਾਂ ਆਪਣੇ ਕੋਲ ਅਗਲਾ ਪ੍ਰਸ਼ਨ ਜਿਹੜਾ ਆ ਜਾਂਦਾ ਹੈ ਕਿ ਮਨੁੱਖੀ ਫੇਫੜਾ ਪ੍ਰਣਾਲੀ ਵਿੱਚ ਟਰੇਕੀਆ ਤੋਂ ਸ਼ੁਰੂ ਹੋਈ ਵੰਡ ਲਗਾਤਾਰ ਵੱਧਦੀ ਰਹਿੰਦੀ ਹੈ ਅਤੇ ਇਸ ਦਾ ਅੰਤ ਕਿਸ ਰਚਨਾ ਵਿੱਚ ਹੋਵੇਗਾ? ਇਹ ਵੀ ਮੈਂ ਤੁਹਾਨੂੰ ਚਿੱਤਰ ਦਿਖਾਉਣਾ, ਫਿਰ ਤੁਸੀਂ ਦੇਖਿਓ। ਇਸ ਵਿੱਚ ਦੇਖੋ, ਆਹ ਆਪਾਂ ਉਹੀ ਜਿਹੜੀ ਬਣਤਰ ਦੇਖ ਰਹੇ ਹਾਂ ਜਿਹੜੀ ਆਪਾਂ ਪਹਿਲਾਂ ਦੇਖੀ ਸੀਗੀ। ਤੋ ਇਹ ਆਪਾਂ ਸਾਹ ਪ੍ਰਣਾਲੀ ਦੀ ਗੱਲ ਕਰ ਰਹੇ ਹਾਂ। ਤਾਂ ਨੱਕ ਰਾਹੀਂ ਸਾਹ ਲੈਂਦੇ ਹਾਂ, ਆਹ ਆਪਣੀ ਸਾਹ ਨਲੀ ਹੈ। ਸਾਹ ਨਲੀ ਅਗਾਂਹ ਵੰਡੀ ਜਾਂਦੀ ਹੈਗੀ ਆ ਦੋ ਹਿੱਸਿਆਂ ਵਿੱਚ। ਇਸ ਦੇ ਦੋ ਫੇਫੜਿਆਂ ਵਿੱਚ ਦੋ ਹਿੱਸੇ ਹੋ ਜਾਂਦੇ, ਜਿਹਨੂੰ ਬ੍ਰੌਂਕਾਈ ਕਹਿੰਦੇ ਆ। ਇਹ ਬ੍ਰੌਂਕਾਈ ਅਗਾਂਹ ਫਿਰ ਛੋਟੀਆਂ ਛੋਟੀਆਂ ਟਾਹਣੀਆਂ ਵਿੱਚ ਵੰਡ ਜਾਂਦਾ ਹੈ, ਜਿਸ ਨੂੰ ਕੀ ਕਹਿੰਦੇ ਆ? ਬ੍ਰੌਂਕੀਓਲਸ। ਇਹ ਬ੍ਰੌਂਕੀਓਲਸ ਦੇ ਸਿਰਿਆਂ ਉੱਪਰ ਗੁਬਾਰੇਨੁਮਾ ਬਣਤਰਾਂ ਹੁੰਦੀਆਂ, ਜਿਹਨੂੰ ਆਪਾਂ ਐਲਵੀਓਲਾਈ ਕਹਿੰਦੇ ਆ। ਇਹ ਉਹ ਐਲਵੀਓਲਾਈ ਹੈ ਜਿਨ੍ਹਾਂ ਦੇ ਵਿੱਚ ਜਦੋਂ ਆਕਸੀਜਨ ਰਸ਼ ਕਰਕੇ ਆਉਂਦੀ ਆ ਤਾਂ ਇਹ ਬੈਲੂਨ ਜਿਹੜੇ ਆ, ਇਹ ਗੁਬਾਰੇ ਆ, ਫੁੱਲਣਾ ਸ਼ੁਰੂ ਹੋ ਜਾਂਦੇ ਆ। ਇਹਨਾਂ ਦੇ ਫੁੱਲਣ ਦੇ ਨਾਲ ਹੀ ਆਪਣੇ ਫੇਫੜਿਆਂ ਦਾ ਜਿਹੜਾ ਆਇਤਨ ਹੈ ਉਹ ਵੱਧਦਾ ਹੈ। ਪਰ ਜਦੋਂ ਕਾਰਬਨ ਡਾਈਆਕਸਾਈਡ ਦਾ ਤਿਆਗ ਕਰਨਾ ਹੁੰਦਾ ਹੈ, ਪਸਲੀਆਂ ਅੰਦਰ ਨੂੰ ਅਤੇ ਹੇਠਾਂ ਨੂੰ ਜਾਂਦੀਆਂ, ਜਿਸ ਨਾਲ ਅੰਦਰ ਆਇਤਨ ਘਟ ਜਾਂਦਾ ਹੈ।
ਪ੍ਰੈਸ਼ਰ ਬਾਹਰ ਨੂੰ ਰਸ਼ ਹੁੰਦਾ ਹੈ, ਦਬਾਅ ਜਿਹੜਾ ਬਾਹਰ ਨੂੰ ਰਸ਼ ਹੁੰਦਾ ਹੈ, ਜਿਸ ਨਾਲ ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਹੈ। ਤਾਂ ਇਸ ਪੂਰੀ ਸਾਹ ਪ੍ਰਣਾਲੀ ਦਾ ਜਿਹੜਾ ਟਰੇਕੀਆ ਤੋਂ ਸ਼ੁਰੂ ਹੋਇਆ, ਜਿਹੜਾ ਟਰੇਕੀਆ ਹੈਗੀ ਹੈ ਜਿਹਨੂੰ ਕਹਿੰਦੇ ਆ, ਤਾਂ ਇਹਦੀ ਅਖੀਰਲੀ ਬਣਤਰ ਜਿਹੜੀ ਹੈਗੀ ਆ ਉਹ ਕੀ ਹੈ? ਐਲਵੀਓਲਾਈ, ਜਿਹੜੀ ਫੇਫੜਿਆਂ ਦੇ ਅੰਦਰ ਹੁੰਦੀ ਹੈ। ਤਾਂ ਇਹ ਆਪਣਾ ਜਿਹੜਾ ਤੀਸਰਾ ਪ੍ਰਸ਼ਨ ਹੈਗਾ ਉਹਦਾ ਉੱਤਰ ਹੈ ਸੱਸਾ। ਚੌਥਾ ਪ੍ਰਸ਼ਨ ਹੈ ਕਿ ਸੁਰੇਸ਼ ਨੇ ਨਰੇਸ਼ ਨੂੰ ਸਮਝਾਇਆ ਕਿ ਜਿਵੇਂ ਜੀਵਾਂ ਦਾ ਆਕਾਰ ਵੱਧਦਾ ਹੈ, ਸਾਹ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਪ੍ਰਸਰਣ ਵਿਧੀ ਦੇ ਨਾਲ ਵਰਨਕਾਂ ਦੀ ਵੀ ਲੋੜ ਪੈਂਦੀ ਹੈ। ਤਾਂ ਇਸ ਸੰਬੰਧ ਵਿੱਚ ਸਹੀ ਕਥਨ ਚੁਣੋ। ਪਹਿਲੀ ਗੱਲ ਤਾਂ ਪ੍ਰਸਰਣ ਵਿਧੀ ਰਾਹੀਂ ਸਾਹ ਪ੍ਰਕਿਰਿਆ ਨਿਮਨ ਜਾਤੀ ਦੇ ਜੀਵਾਂ ਵਿੱਚ ਸਹਾਈ ਹੁੰਦੀ ਹੈ। ਨਿਮਨ ਜਾਤੀ ਭਾਵ ਜਿਹੜੇ ਬਹੁਤ ਛੋਟੇ ਜੀਵ ਹੁੰਦੇ ਆ, ਉਹਨਾਂ ਵਿੱਚ ਕੋਈ ਇਸ ਤਰ੍ਹਾਂ ਦਾ ਅੰਗ ਨਹੀਂ ਹੁੰਦਾ ਜਿਵੇਂ ਆਪਣੇ ਵਿੱਚ ਆ ਫੇਫੜੇ ਹੈ ਜਾਂ ਮਛਲੀਆਂ ਵਿੱਚ ਗਲਫੜੇ ਹੈ, ਉਹਨਾਂ ਵਿੱਚ ਕੋਈ ਇਸ ਤਰ੍ਹਾਂ ਦਾ ਵਿਕਸਿਤ ਅੰਗ ਨਹੀਂ ਹੁੰਦਾ। ਦੂਸਰੀ ਆਪਾਂ ਨੂੰ ਦੱਸੀ ਹੈ ਕਿ ਸਾਹ ਕਿਰਿਆ ਦੌਰਾਨ ਹੀਮੋਗਲੋਬਿਨ ਜਿਹੇ ਵਰਨਕਾਂ ਦੀ ਜ਼ਰੂਰਤ ਹੁੰਦੀ ਹੈ। ਬਿਲਕੁਲ ਹੀਮੋਗਲੋਬਿਨ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਜਦੋਂ ਆਕਸੀਜਨ ਜਿਹੜੀ ਹੈਗੀ ਆ ਆਪਣੇ ਅੰਦਰ ਦਾਖਲ ਹੁੰਦੀ ਹੈ ਤਾਂ ਉਹ ਫੇਫੜਿਆਂ ਵਿੱਚ ਜਿਹੜਾ ਲਹੂ ਹੁੰਦਾ ਹੈ ਉਹ ਲਹੂ ਦੇ ਵਿੱਚ ਚਲੀ ਜਾਂਦੀ ਹੈ, ਅਤੇ ਲਹੂ ਵਿੱਚ ਹੀਮੋਗਲੋਬਿਨ ਵਰਨਕ ਹੁੰਦਾ ਹੈ। ਉਹ ਹੀਮੋਗਲੋਬਿਨ ਵਰਨਕ ਦੇ ਨਾਲ ਆਕਸੀਜਨ ਜਿਹੜੀ ਆਉਂਦੀ ਹੈ ਉਹ ਉਹਦੇ ਨਾਲ ਜੁੜ ਜਾਂਦੀ ਹੈ ਅਤੇ ਆਕਸੀ ਹੀਮੋਗਲੋਬਿਨ ਬਣ ਜਾਂਦਾ। ਤਾਂ ਉਹ ਆਕਸੀ ਹੀਮੋਗਲੋਬਿਨ ਹੀ ਅਗਾਂਹ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਦੀ ਹੈ, ਜਿਸ ਨਾਲ ਕਿ ਇਕੱਲੇ ਅੰਗ ਨੂੰ, ਇਕੱਲੇ ਸੈੱਲ ਨੂੰ ਆਕਸੀਜਨ ਪ੍ਰਾਪਤ ਹੋਵੇਗੀ। ਤਾਂ ਤੀਜਾ ਪੁਆਇੰਟ ਹੈਗਾ ਕਿ ਪ੍ਰਸਰਣ ਵਿਧੀ ਰਾਹੀਂ ਗੈਸਾਂ ਉੱਚ ਦਬਾਅ ਵਾਲੇ ਖੇਤਰ ਤੋਂ ਘੱਟ ਦਬਾਅ ਵਾਲੇ ਖੇਤਰ ਵੱਲ ਜਾਂਦੀਆਂ ਹਨ। ਬਿਲਕੁਲ ਇਹ ਵੀ ਸਹੀ ਹੈ। ਇਹ ਜਿਹੜੀ ਆਪਾਂ ਸਾਹ ਕਿਰਿਆ ਦੇਖੀ ਆ ਪਸਲੀਆਂ ਫੇਫੜਿਆਂ ਦੇ ਰਾਹੀਂ, ਉਹਦੇ ਵਿੱਚ ਇਹ ਫੈਕਟਰ ਕੰਮ ਕਰਦਾ ਹੈ। ਇਸ ਕਰਕੇ ਚੌਥੇ ਦਾ ਉੱਤਰ ਸੱਸਾ ਹੈਗਾ, ਭਾਵ ਉਪਰੋਕਤ ਸਾਰੇ। ਤਾਂ ਪੰਜਵਾਂ ਪ੍ਰਸ਼ਨ ਹੈ ਕਿ ਮਨੁੱਖੀ ਛੋਟੀ ਆਂਦਰ ਨਾਲ ਸੰਬੰਧਿਤ ਕਿਹੜਾ ਤੱਤ ਸਹੀ ਕਿਹਾ ਜਾ ਸਕਦਾ ਹੈ? ਕਿ ਮਨੁੱਖ ਦੀ ਜਿਹੜੀ ਛੋਟੀ ਆਂਦਰ ਹੈਗੀ ਹੈ ਇਹ ਭੋਜਨ ਨਲੀ ਦਾ ਸਭ ਤੋਂ ਵੱਡਾ ਭਾਗ ਹੈ, ਇਹ ਕੁੰਡਲਦਾਰ ਹੁੰਦੀ ਹੈ, ਇਹ 3 ਭਾਗਾਂ ਵਿੱਚ ਵੰਡੀ ਹੁੰਦੀ ਹੈ। ਇਹਦੇ ਲਈ ਮੈਂ ਤੁਹਾਨੂੰ ਇੱਕ ਚਿੱਤਰ ਦਿਖਾਵਾਂਗਾ ਜਿਸ 'ਚੋਂ ਤੁਸੀਂ ਦੇਖ ਸਕਦੇ ਹੋ। ਤੁਹਾਨੂੰ 2 ਚੀਜ਼ਾਂ ਦਾ ਮੈਂ ਦਿਖਾ ਦੇਣਾ। ਕੁੰਡਲਦਾਰ ਤਾਂ ਇਹ ਹੈਗੀ ਹੋਈ ਆ, ਜੇ ਤੁਸੀਂ ਕਿਤਾਬ ਵਿੱਚ ਇਸ ਦਾ ਤੁਹਾਨੂੰ ਮੈਂ ਚਿੱਤਰ ਦਿਖਾਉਣਾ। ਆਹ ਛੋਟੀ ਆਂਦਰ ਹੈ, ਆਹ ਜਿਹੜਾ ਵਿਚਲਾ ਹਿੱਸਾ ਤੁਸੀਂ ਦੇਖ ਸਕਦੇ ਹੋ ਕੁੰਡਲਦਾਰ ਹੈ, ਅਤੇ ਇਹ ਸਭ ਤੋਂ ਲੰਮਾ ਹਿੱਸਾ ਹੁੰਦਾ ਆਪਣੇ ਸਰੀਰ ਦਾ। ਇਹ ਵੀ ਸਹੀ ਹੈ ਬਿਲਕੁਲ। ਅਤੇ ਜਿਹੜੀ ਤੀਸਰੀ ਗੱਲ ਹੈ ਕਿ ਤੁਹਾਨੂੰ ਮੈਂ ਹਿੱਸੇ ਦਿਖਾਉਣਾ ਕਿਹੜੇ ਆ ਆਪਣੀ ਛੋਟੀ ਆਂਦਰ ਦੇ। ਛੋਟੀ ਆਂਦਰ ਦੇ 3 ਹਿੱਸੇ ਆ। ਇਸ ਵਿੱਚ ਸਭ ਤੋਂ ਉੱਪਰਲੇ ਪਾਸੇ ਆਹ ਹਿੱਸਾ ਹੈਗਾ, ਇਹਨੂੰ ਕਹਿੰਦੇ ਡਿਊਡੇਨਮ, ਪਹਿਲਾ ਹਿੱਸਾ। ਦੂਜਾ ਹਿੱਸਾ ਇਹਦਾ ਹੈਗਾ ਜਿਊਜੇਨਮ, ਅਤੇ ਤੀਸਰਾ ਹਿੱਸਾ ਜਿਹੜਾ ਵੱਡੀ ਆਂਦਰ ਦੇ ਨਾਲ ਜੁੜਦਾ ਉਹਨੂੰ ਕਹਿੰਦੇ ਈਲੀਅਮ। ਤਾਂ ਛੋਟੀ ਆਂਦਰ ਦੇ 3 ਹਿੱਸੇ ਹੁੰਦੇ ਹਨ। ਤਾਂ ਆਪਾਂ ਨੂੰ ਜਿਹੜਾ ਪ੍ਰਸ਼ਨ ਪੁੱਛਿਆ ਸੀਗਾ ਛੋਟੀ ਆਂਦਰ ਦੇ ਨਾਲ ਸੰਬੰਧਿਤ, ਤਾਂ ਪੰਜਵੇਂ ਦਾ ਉੱਤਰ ਹੈਗਾ ਸੱਸਾ, ਭਾਵ ਉਪਰੋਕਤ ਸਾਰੇ। 6ਵਾਂ ਪ੍ਰਸ਼ਨ ਆਪਾਂ ਨੂੰ ਦੱਸਿਆ ਕਿ ਸੁਰਿੰਦਰ ਅਤੇ ਜਤਿੰਦਰ ਆਪਸ ਵਿੱਚ ਵਿਚਾਰ ਕਰ ਰਹੇ ਹਨ ਕਿ ਛੋਟੀ ਆਂਦਰ ਦੀ ਲੰਬਾਈ ਵੱਖ-ਵੱਖ ਜੰਤੂਆਂ ਵਿੱਚ ਇੱਕ ਸਮਾਨ ਨਹੀਂ ਹੁੰਦੀ। ਤੋ ਤੁਸੀਂ ਕਿਹੜੇ ਕਥਨ ਨਾਲ ਸਹਿਮਤ ਹੋ? ਪਹਿਲਾ ਹੈਗਾ ਕਿ ਸ਼ਾਕਾਹਾਰੀ ਜੀਵਾਂ ਵਿੱਚ ਛੋਟੀ ਆਂਦਰ ਲੰਬੀ ਹੁੰਦੀ ਹੈ। ਦੂਸਰਾ ਹੈਗਾ ਕਿ ਮਾਸਾਹਾਰੀ ਜੀਵਾਂ ਵਿੱਚ ਛੋਟੀ ਆਂਦਰ ਛੋਟੀ ਹੁੰਦੀ ਹੈ। ਤੀਸਰਾ ਹੈਗਾ ਊੜਾ ਅਤੇ ਆੜਾ ਦੋਵੇਂ, ਅਤੇ ਸੱਸਾ ਹੈਗਾ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹਦਾ ਉੱਤਰ ਈੜੀ ਹੈ, ਭਾਵ ਊੜਾ ਅਤੇ ਆੜਾ ਦੋਵੇਂ। ਹੁਣ ਮੈਂ ਤੁਹਾਨੂੰ ਇਹਦਾ ਥੋੜ੍ਹਾ ਜਿਹਾ ਕਾਰਨ ਦੱਸ ਦਿੰਦਾ। ਸ਼ਾਕਾਹਾਰੀ ਜੀਵਾਂ ਵਿੱਚ ਜਿਹੜੇ ਇਕੱਲੇ ਪੌਦੇ ਖਾਂਦੇ ਆ ਉਹਨਾਂ ਵਿੱਚ ਛੋਟੀ ਆਂਦਰ ਦੀ ਲੰਬਾਈ ਵੱਧ ਹੁੰਦੀ ਹੈ। ਉਹਦਾ ਕਾਰਨ ਕੀ ਹੈ ਕਿ ਛੋਟੀ ਆਂਦਰ ਦੇ ਵਿੱਚ ਜਿਹੜਾ ਸੈਲੂਲੋਜ਼ ਹੁੰਦਾ ਹੈ, ਜਿਹੜਾ ਆਪਾਂ ਪੌਦਿਆਂ ਨੂੰ ਖਾਂਦੇ ਹਾਂ, ਉਹਨੂੰ ਪਚਾਉਣ ਦੇ ਲਈ ਜ਼ਿਆਦਾ ਟਾਈਮ ਲੱਗਦਾ ਹੈ, ਤਾਂ ਜ਼ਿਆਦਾ ਏਰੀਆ ਵੀ ਚਾਹੀਦਾ ਉਹਨੂੰ। ਇਸ ਕਰਕੇ ਛੋਟੀ ਆਂਦਰ ਦੀ ਲੰਬਾਈ ਵੱਧ ਹੁੰਦੀ ਹੈ। ਜਦ ਕਿ ਮਾਸਾਹਾਰੀ ਜੀਵਾਂ ਨੂੰ ਉਸ ਸੈਲੂਲੋਜ਼ ਐਂਜ਼ਾਈਮ ਨੂੰ ਪਹੁੰਚਾਉਣ ਦੀ ਲੋੜ ਹੀ ਨਹੀਂ ਪੈਂਦੀ, ਕਿਉਂਕਿ ਉਹ ਪੌਦਿਆਂ ਨੂੰ ਖਾਂਦੇ ਹੀ ਨਹੀਂ, ਉਹ ਕੇਵਲ ਮਾਸ ਖਾਂਦੇ ਆ, ਅਤੇ ਉਹਨਾਂ ਦੇ ਮਾਸ ਜਿਹੜਾ ਜਲਦੀ ਪਚ ਜਾਂਦਾ ਹੈ। ਵੈਸੇ ਵੀ ਸੈਲੂਲੋਜ਼ ਨੂੰ ਪਹੁੰਚਾਉਣਾ ਬਹੁਤ ਲੰਮਾ ਕੰਮ ਹੈਗਾ। ਤਾਂ ਉਹ ਸੈਲੂਲੋਜ਼ ਜਿਹੜਾ ਆਮ ਤੌਰ 'ਤੇ ਮੱਝਾਂ ਗਾਵਾਂ ਜਿਹੜੇ ਪੱਠੇ ਖਾਂਦੀਆਂ ਹੈਗੀਆਂ ਉਸ ਦੇ ਵਿੱਚ ਵੱਧ ਸੈਲੂਲੋਜ਼ ਹੁੰਦਾ ਹੈ। ਤਾਂ ਇੱਕ ਵਾਰੀ ਉਹ ਆਪਣੇ ਰਿਊਮਨ ਦੇ ਵਿੱਚ ਲੈ ਕੇ ਜਾਂਦੀਆਂ, ਦੁਬਾਰਾ ਫਿਰ ਉੱਥੋਂ ਉਸ ਪੱਠਿਆਂ ਨੂੰ, ਚਰੇ ਹੋਏ ਪੱਠਿਆਂ ਨੂੰ ਮੂੰਹ 'ਚ ਲੈ ਕੇ ਆਉਂਦੀਆਂ, ਦੁਬਾਰਾ ਚੱਬਦੀਆਂ ਰਹਿੰਦੀਆਂ। ਕਿਉਂ ਦੁਬਾਰਾ ਚੱਬਦੀਆਂ? ਤਾਂ ਕਿ ਸੈਲੂਲੋਜ਼ ਨੂੰ ਪਚਾਇਆ ਜਾ ਸਕੇ, ਕਿਉਂਕਿ ਸੈਲੂਲੋਜ਼ ਨੂੰ ਪਚਾਉਣ ਲਈ ਟਾਈਮ ਬਹੁਤ ਲੱਗਦਾ ਹੈਗਾ। ਤਾਂ ਇਹੀ ਕਾਰਨ ਹੈ ਕਿ 6ਵੇਂ ਦਾ ਉੱਤਰ ਈੜੀ ਹੈ।
7ਵਾਂ प्रश्न अपने लिए कि मनुखी लार ग्रंथियां द्वारा हेठ लिखियां विचों किहड़े रस का रसाव किया जाता है। तो इसका उत्तर हैगा ऊड़ा, जिन्हों आप कहने एमाइलेज। इनू सैलवरी एमाइलेज भी कहने आप, क्योंकि सैलवरी ग्लैंड्स जिहड़ा लार ग्रंथियां का अंग्रेजी विच नाम है, तो उस विचों सैलवरी एमाइलेज एंजाइम पैदा होंदा है। तो शॉर्ट फॉर्म दे विच उहनूं एमाइलेज भी कह दिंदे हैगे आ। तो 7वें का उत्तर जिहड़ा हैगा वो ऊड़ा हैगा। तो 8वां प्रश्न है कि विलाई पाचन प्रणाली विच किस तरह सहाई हुंदे हन। ये विलाई जिहड़े हैगे आ इन्हां नूं पंजाबी विच रस अंकुर भी कहने आपां। तो आम तौर पर ही अपनी जिहड़ी पाचन प्रणाली है, छोटी आंदर जिहड़ी हैगी आ, छोटी आंदर दे विच ये उंगलनुमा बनतरां हुंदियां, जिन्हां दा काम की है कि उन्हां ने सतह का खेत्रफल वधाउणा हैगा ताकि भोजन का जिहड़ा पाचन हैगा वो पचिया होया भोजन जिहड़ा वध तो वध शरीर के हिस्सों तक पहुँच सके। तो यह मैं तुहानूं एक चित्र भी दिखाना ताकि तुहानूं ज़्यादा क्लैरिटी हो सके। तो आ तुहानूं एक चित्र दिखा रहे हैं विलाई का। आ एक पीस है छोटी आंदर का, जिहड़ी कि अपने शरीर का सब तो लंबा हिस्सा है। उहदे अंदर तुसीं देख सकते हैं किन्नियां बड़ियां विलाई लगियां होईयां, कलियां इत्थे नहीं, वो अंदर तक लगियां हुई सारे दे विच। इन्हां विलाई का काम की है कि जदों भोजन पच जाना है तो कल्ली कल्ली विलाई ने उसका रस चूस लेना है, तो वो रस जिहड़ा हैगा इत्थों खून विच चला जाता है इन्हां विलाईज राहीं, तो खून राहीं वो शरीर के कल्ले कल्ले सैल तक पचिया होया भोजन जिहड़ा पहुँच जाता है। ये फ्लैट भी हो सकता सी, पर इस तरह करके इहदा एरिया, इहदी जिहड़ी सतह हैगी आ वो वधाई हुई है। आ देखो कल्ली कल्ली विलाई जिहड़ी जे देखी जाए उन्हें कल्ले कल्ले का कितना एरिया हैगा, ठीक है ना, कित्थे तो फ्लैट तो कित्थे कितना बड़ा एरिया एक एक विलाई का वधाया होया। वो जिन्ना वड्डा उसका एरिया होगा उन्ना ही ज़्यादा उहदे तो पचे हुए भोजन का सोखन होवेगा। तो इस करके जे इहदा होर भी आपां डिटेल्ड देखनी होवे स्ट्रक्चर कल्ले कल्ले विलाई की, तो आ एक उसकी बनतर हैगी है। तुसीं देख सकते हैं भी किहो जी है। ये सारे का सारा एरिया जिहड़ा इहदा हैगा, ये सारे का सारा एरिया सोखन करता है, जिस करके जिहड़ा पचिया होया भोजन है उसका रस जिहड़ा शरीर के कल्ले कल्ले हिस्से तक पहुँच जाता है। तो ये जिहड़ी हैगी अपनी विलाई की बनतर है जिहड़ी तुहानूं दिखाउण की कोशिश की हैगी है, जिन्हों आप रस अंकर भी कहने हैं। तो इहदा उत्तर जिहड़ा हैगा आड़ा भाव जज़ब लई सतह खेतर वधाउण दे लई इहदा रोल हैगा। तो 8वें का जिहड़ा उत्तर है वो आड़ा हैगा। 9वां प्रश्न है कि जैविक प्रक्रियावां दौरान ग्लूकोज का पायरूवेट विच बदलना कित्थे संभव हुंदा है। तो स्पष्ट जो उत्तर हैगा वो हैगा ऊड़ा भाव साइटोप्लाज्म, जिन्हों आप सैल पदार्थ भी कहने हैं। सैल दे विच जिहड़ा उसका तरल हिस्सा हुंदा है उन्होंने साइटोप्लाज्म कहने हैं। केंद्र दे विच केंद्रक हुंदा है, बाहरले पासे उहदे प्लाज्मा झिल्ली हुंदी है। प्लाज्मा झिल्ली ते केंद्रक दे विचाले जिहड़ा तरल हुंदा है उन्होंने साइटोप्लाज्म कहने हैं। ये साइटोप्लाज्म जिहड़ा हैगा इस दे विच ग्लूकोज पायरूवेट विच बदलदा हैगा। तो इस पायरूवेट विच बदलण दे नाल 3 तरह दीयां साह क्रियावां हुंदियां। एक तो साह क्रिया हुंदी है जिहड़ी आक्सीजन की अनहोंद च हुंदी है, एक आक्सीजन की कमी विच हुंदी है, तो एक आक्सीजन की होंद विच हुंदी है। जे मैं तुहानूं इहदा एक फ्लो जिहा दिखावां जिहड़ा अपनी किताब विच भी हैगा, तो वो भी तुसीं देखो। आ एक उसका फ्लो चार्ट है जिस विच कि जिहड़ा साइटोप्लाज्म हैगा सैल पदार्थ जिहड़ा हैगा ਉਹਦੇ ਵਿੱਚ ग्लूकोज का परिवर्तन काहदे विच हो रहा, पायरूवेट विच। तो पायरूवेट जिहड़ा हैगा ਉਹਦੇ ਨਾਲ 3 तरह की साह क्रिया हुंदी है। एक आक्सीजन की अनहोंद विच, एक आक्सीजन की कमी विच, एक आक्सीजन की होंद विच। आक्सीजन की अनहोंद जिहड़ी है एक खमीरण विधि जिस नाल शराब तैयार की जाती है उस दे विच आ विधि वरती जाती है। तो उहदे विच इथेनॉल बनता है। इथेनॉल शराब का ही दूसरा नाम है। नाल कार्बन डाइऑक्साइड बनती है, नाल ऊर्जा के 2 कार्बन ऊर्जा बनती है, इस विच पैदा होती है। दूजी आक्सीजन की कमी विच जिहड़ी साह क्रिया हुंदी है अपने शरीर दे विच जिहड़ियां मांसपेशियां हैगियां उन्हां दे विच इस आक्सीजन की कमी वाली क्रिया वापरती साह क्रिया। इन्हां दोनों नूं अणआक्सी साह क्रिया कहने हैं। जिहड़ी आक्सीजन की होंद विच हुंदी है इनूं आक्सी साह क्रिया कहने हैं। तो दूसरी जिहड़ी मैं तुहानूं अपनी मांसपेशियां वाली दस रहा, जदों मांसपेशियां दे विच आक्सीजन की कमी नाल साह क्रिया हुंदी है
ਤਾਂ ਆਪਣੀਆਂ ਮਾਸਪੇਸ਼ੀਆਂ ਵਿੱਚ ਲੈਕਟਿਕ ਐਸਿਡ ਬਣਦਾ ਹੈ, ਨਾਲ ਹੀ ਉਸ 'ਚ ਊਰਜਾ ਪੈਦਾ ਹੁੰਦੀ ਹੈ। ਤੋ ਜਿਹੜਾ ਲੈਕਟਿਕ ਐਸਿਡ ਹੈਗਾ ਇਹ ਉਹੀ ਲੈਕਟਿਕ ਐਸਿਡ ਹੈ ਜਿਹਦੇ ਕਰਕੇ ਆਪਣੇ ਜਿਹੜੇ ਮਾਸਪੇਸ਼ੀਆਂ ਦੇ ਵਿੱਚ ਆ ਉਹ ਅਕੜਾਹਟ ਜੀ ਆ ਜਾਂਦੀ ਹੈ। ਜਿੰਨਾ ਜ਼ਿਆਦਾ ਲੈਕਟਿਕ ਐਸਿਡ ਬਣਦਾ ਜਾਵੇਗਾ ਉਨੀਆਂ ਹੀ ਆਪਣੀਆਂ ਮਾਸਪੇਸ਼ੀਆਂ ਜਿਹੜੀਆਂ ਹੈਗੀਆਂ ਉਹਨਾਂ 'ਚ ਸਖਤਪੁਣਾ ਜਿਹਾ ਆ ਜਾਏਗਾ, ਭਾਵ ਉਨੀ ਮਾਸਪੇਸ਼ੀਆਂ ਦਾ ਲਚਕੀਲਾਪਨ ਘਟ ਜਾਂਦਾ, ਤਾਂ ਦਰਦ ਵੀ ਹੁੰਦਾ ਕਈ ਵਾਰੀ ਲੈਕਟਿਕ ਐਸਿਡ ਜ਼ਿਆਦਾ ਵੱਧ ਜੇ ਤਾਂ। ਤੀਸਰਾ ਜਿਹੜਾ ਹੈਗਾ ਆਕਸੀਜਨ ਦੀ ਹੋਂਦ, ਜਿਹੜੀ ਆਕਸੀਜਨ ਦੀ ਹੋਂਦ ਵਿੱਚ ਹੁੰਦੀ ਆ ਉਹ ਵਾਲੀ ਸਾਹ ਕਿਰਿਆ ਦੇ ਨਾਲ ਕਾਰਬਨ ਡਾਈਆਕਸਾਈਡ, ਪਾਣੀ ਅਤੇ ਊਰਜਾ ਪੈਦਾ ਹੁੰਦੀ ਹੈ। ਤੋ ਇਹ ਸਾਰਾ ਕੁਛ ਜਿਹੜਾ ਹੈਗਾ ਇਹ ਕਿਰਿਆ ਜਿਹੜੀ ਹੈਗੀ ਆ ਆਪਣੀ 3 ਤਰ੍ਹਾਂ ਦੀ ਸਾਹ ਕਿਰਿਆ, ਇਹਦੇ ਵਿੱਚ ਮੁੱਖ ਤੌਰ 'ਤੇ 2 ਤਰ੍ਹਾਂ ਦੀ ਆ, ਪਰ ਇੱਕ ਜਿਹੜੀ ਆ ਅਣਆਕਸੀ ਸਾਹ ਕਿਰਿਆ ਉਹਦੀਆਂ 2 ਕਿਸਮਾਂ ਬਣ ਜਾਂਦੀਆਂ, ਇੱਕ ਆਕਸੀਜਨ ਦੀ ਅਣਹੋਂਦ ਅਤੇ ਆਕਸੀਜਨ ਦੀ ਕਮੀ, ਜਦ ਕਿ ਆਕਸੀ ਸਾਹ ਕਿਰਿਆ ਆ ਵਾਲੀ ਹੈ। ਤੋ ਇਹ ਸਾਰੀ ਕਿਰਿਆ ਜਿਹੜੀ ਵਾਪਰਦੀ ਕਾਹਦੇ 'ਚ ਆ, ਸੈੱਲ ਦੇ ਮਾਈਟੋਕੌਂਡਰੀਆ ਦੇ ਵਿੱਚ, ਜਿਹੜਾ ਕਿ ਆਪਣੇ ਰਸੋਈ ਘਰ ਵੀ ਹੁੰਦਾ ਹੈ ਇੱਕ, ਉਹ ਆਪਣੀ ਜਿਹੜੀਆਂ ਨਿੱਕੜੇ ਅੰਗ ਹੈਗੇ ਆ ਆਪਣੇ ਇਕੱਲੇ ਇਕੱਲੇ ਸੈੱਲ ਦੇ। ਤੋ ਇਸ ਤੋਂ ਆਪਾਂ ਨੂੰ ਪਤਾ ਲੱਗਿਆ ਕਿ ਗਲੂਕੋਜ਼ ਜਿਹੜਾ ਹੈਗਾ ਪਾਇਰੂਵੇਟ ਵਿੱਚ ਜਿਹੜਾ ਬਦਲਦਾ ਹੈਗਾ ਉਹ ਕਾਹਦੇ 'ਚ ਹੁੰਦਾ ਹੈ, ਉਹ ਕੰਮ ਹੁੰਦਾ ਸਾਈਟੋਪਲਾਜ਼ਮ ਦੇ ਵਿੱਚ, ਅਤੇ ਜਿਹੜਾ ਪਾਇਰੂਵੇਟ ਹੈਗਾ ਉਹਦੇ 'ਚੋਂ ਜਦੋਂ ਫਿਰ ਸਾਹ ਕਿਰਿਆ ਵਾਪਰਨੀ ਆ ਉਹ ਕਾਹਦੇ 'ਚ ਹੋਣੀ ਆ, ਆਪਣੇ ਮਾਈਟੋਕੌਂਡਰੀਆ ਦੇ ਵਿੱਚ। ਤੋ ਮਾਈਟੋਕੌਂਡਰੀਆ ਨੂੰ ਆਪਣੇ ਕਿਚਨ ਵੀ ਕਹਿੰਦੇ ਆ, ਆਪਣਾ ਪਾਵਰ ਹਾਊਸ ਵੀ ਕਹਿੰਦੇ ਆ, ਤੋ ਇਹ ਗੱਲ ਯਾਦ ਰੱਖਣੀ ਹੈਗੀ। ਤੋ ਉਸ ਤੋਂ ਬਾਅਦ 'ਚ ਆਪਾਂ 10ਵੇਂ ਪ੍ਰਸ਼ਨ 'ਤੇ ਆਉਂਦੇ ਹਾਂ। 10ਵਾਂ ਪ੍ਰਸ਼ਨ ਆਪਾਂ ਨੂੰ ਕਿਹਾ ਹੈ ਕਿ ਵੱਖ-ਵੱਖ ਜੀਵਾਂ ਦੀ ਸਾਹ ਕਿਰਿਆ ਦੇ ਅਧਿਐਨ ਦੌਰਾਨ ਪਾਇਆ ਗਿਆ ਕਿ ਉਹਨਾਂ ਦੇ ਅੰਤਲੇ ਪਦਾਰਥ ਕਾਰਬਨ ਡਾਈਆਕਸਾਈਡ ਅਤੇ ਪਾਣੀ ਪੈਦਾ ਹੋ ਰਹੇ ਸਨ। ਕਾਰਬਨ ਡਾਈਆਕਸਾਈਡ ਅਤੇ ਪਾਣੀ ਪੈਦਾ ਹੋ ਰਹੇ ਹਨ। ਤੋ ਸਾਹ ਕਿਰਿਆ ਦੀ ਕਿਸਮ ਪਛਾਣੋ। ਹੁਣ ਕਾਰਬਨ ਡਾਈਆਕਸਾਈਡ ਅਤੇ ਪਾਣੀ ਕਿਹੜੀ ਵਿੱਚ ਪੈਦਾ ਹੋ ਰਿਹਾ ਸੀਗਾ, ਤੁਹਾਨੂੰ ਮੈਂ ਦੁਬਾਰਾ ਦਿਖਾਉਣਾ ਹੈਗਾ। ਤੁਸੀਂ ਦੇਖੋ ਆਕਸੀਜਨ ਦੀ ਹੋਂਦ ਦੇ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਪੈਦਾ ਹੋਇਆ। ਤੋ ਇਹਦਾ ਭਾਵ ਹੈ ਇਹ ਸਾਹ ਕਿਰਿਆ ਲਈ ਆਪਾਂ ਉੱਤਰ ਕਿਹੜਾ ਦੇਵਾਂਗੇ, ਊੜਾ, ਭਾਵ ਆਕਸੀਜਨ ਦੀ ਹੋਂਦ ਵਿੱਚ ਸਾਹ ਕਿਰਿਆ ਹੈ। ਅਗਲਾ ਪ੍ਰਸ਼ਨ ਹੈ ATP ਦਾ ਪੂਰਾ ਕੀ ਨਾਮ ਹੈਗਾ। ਇਹ ਐਨਰਜੀ ਦਾ ਕੈਰੀਅਰ ਹੈ, ਇੱਕ ਭਾਵ ਐਨਰਜੀ ਨੂੰ ਲੈ ਕੇ ਜਾਣ ਵਾਲਾ ਇੱਕ ਪਦਾਰਥ ਹੈ ਇਹ। ਇਸ ਦਾ ਨਾਮ ਹੈਗਾ ਐਡੀਨੋਸਿਨ ਟਰਾਈਫਾਸਫੇਟ। A ਦਾ ਮਤਲਬ ਐਡੀਨੋਸਿਨ, T ਦਾ ਮਤਲਬ ਟਰਾਈ ਅਤੇ P ਦਾ ਮਤਲਬ ਹੈ ਫਾਸਫੇਟ। ਤਾਂ ਇਸ ਕਰਕੇ 11ਵੇਂ ਦਾ ਉੱਤਰ ਜਿਹੜਾ ਹੈਗਾ ਊੜਾ ਹੈਗਾ। ਤਾਂ 12ਵਾਂ ਪ੍ਰਸ਼ਨ ਹੈ ਕਿ ਇੱਕ ਵਿਅਕਤੀ ਘਰ ਵਿੱਚ ਰੱਖੇ ਹੋਏ ਐਕੁਆਰੀਅਮ ਵਿੱਚ ਰੱਖੀ ਹੋਈ ਮੱਛੀ ਨੂੰ ਵੇਖਦਾ ਹੈ, 1 ਮਿੰਟ ਵਿੱਚ ਕਿੰਨੇ ਵਾਰੀ ਮੂੰਹ ਖੋਲ੍ਹਦੀ ਹੈ ਅਤੇ ਬੰਦ ਕਰਦੀ ਹੈ ਅਤੇ ਗਿਣਤੀ ਕਰ ਲੈਂਦਾ ਹੈ। ਉਸ ਦੀ ਤੁਲਨਾ ਆਪਣੇ ਸਾਹ ਨੂੰ 1 ਮਿੰਟ ਵਿੱਚ ਅੰਦਰ ਅਤੇ ਬਾਹਰ ਕਰਨ ਨਾਲ ਕਰਦਾ ਹੈ। ਤਾਂ ਵਿਅਕਤੀ ਸਾਹ ਦਰ ਦੇ ਸੰਬੰਧ ਵਿੱਚ ਕਿਸ ਸਿੱਟੇ 'ਤੇ ਪਹੁੰਚਦਾ ਹੈ? ਤਾਂ ਉਹ ਇਸ ਸਿੱਟੇ 'ਤੇ ਪਹੁੰਚਦਾ ਹੈ ਕਿ ਜਿਹੜੀ ਮੱਛੀ ਦੀ ਸਾਹ ਲੈਣ ਦੀ ਦਰ ਆ ਉਹ ਆਪਣੇ ਤੋਂ ਵੱਧ ਹੈ। ਇਸ ਲਈ ਇਹਦਾ ਜਿਹੜਾ ਉੱਤਰ ਹੋਵੇਗਾ ਆੜਾ ਹੋਵੇਗਾ, ਭਾਵ ਮਨੁੱਖ ਦੀ ਨਹੀਂ ਊੜਾ ਹੋਵੇਗਾ, ਮੱਛੀ ਦੀ ਸਾਹ ਦਰ ਮਨੁੱਖ ਨਾਲੋਂ ਤੇਜ਼ ਹੈ।